ਸਤਿ ਸ਼੍ਰੀ ਅਕਾਲ ਸਟੂਡੈਂਟਸ। ਲਾਸਟ ਟਾਈਮ ਆਪਾਂ SF6 ਸਰਕਟ ਬ੍ਰੇਕਰ ਨੂੰ ਸਟੱਡੀ ਕੀਤਾ ਸੀ। SF6 ਸਰਕਟ ਬ੍ਰੇਕਰ ਦੇ ਵਿੱਚ ਆਪਾਂ SF6 ਗੈਸ ਨੂੰ ਯੂਜ਼ ਕਰਦੇ ਸੀ, ਜਿਹਦੇ ਬਾਰੇ ਆਪਾਂ ਪ੍ਰੋਪਰਟੀਜ਼ ਪੜ੍ਹ ਲਈਆਂ ਸੀ। ਜਿਹੜੀ ਗੈਸ ਦੀਆਂ ਬਹੁਤ ਇੰਪੋਰਟੈਂਟ ਨੇ ਪ੍ਰੋਪਰਟੀਜ਼, ਉਹਦੀ ਕੰਸਟਰਕਸ਼ਨ ਵੀ ਸਟੱਡੀ ਕਰ ਲਈ ਸੀਗੀ। ਬਹੁਤ ਸਿੰਪਲ ਕੰਸਟਰਕਸ਼ਨ ਆ ਅਤੇ ਬਹੁਤ ਹੀ ਸਿੰਪਲ ਜਿਹੜੀ ਸੀਗੀ ਇਹਦੀ ਵਰਕਿੰਗ ਸੀ। ਦੈਨ ਕੀ ਆਪਾਂ ਨੂੰ ਫਾਇਦੇ ਆ, ਕੀ ਨੁਕਸਾਨ ਆ ਇਹਨੂੰ ਯੂਜ਼ ਕਰਨ ਦੇ, ਉਹ ਵੀ ਆਪਾਂ ਸਟੱਡੀ ਕਰ ਲਿਆ ਸੀ ਕਿ ਬਹੁਤ ਜ਼ਿਆਦਾ ਕੋਸਟ ਹੁੰਦੀ ਆ, ਬਹੁਤ ਜ਼ਿਆਦਾ ਮੇਨਟੇਨੈਂਸ ਦੀ ਲੋੜ ਪੈਂਦੀ ਆ, ਐਡੀਸ਼ਨਲ ਪਲਾਂਟ ਵਗੈਰਾ ਰਿਕੁਆਇਰਮੈਂਟ ਹੁੰਦੀ ਆ ਉਹਦੇ ਵਾਸਤੇ। ਸੋ ਅੱਜ ਜਿਹੜਾ ਆਪਾਂ ਸਰਕਟ ਬ੍ਰੇਕਰ ਸਟੱਡੀ ਕਰਨਾ, ਉਹਦੇ ਵਿੱਚ ਨਾ ਤਾਂ ਆਪਾਂ ਕੋਈ ਆਇਲ ਯੂਜ਼ ਕਰਦੇ ਹਾਂ, ਨਾ ਆਪਾਂ ਉਹਦੇ ਵਿੱਚ ਗੈਸ ਯੂਜ਼ ਕਰਦੇ ਹਾਂ, ਨਾ ਕੋਈ ਆਪਾਂ ਉਹਦੇ ਵਿੱਚ ਏਅਰ ਵਗੈਰਾ ਦਾ ਯੂਜ਼ ਕਰਦੇ ਹਾਂ। ਸੋ ਅੱਜ ਜਿਹੜਾ ਆਪਾਂ ਸਰਕਟ ਬ੍ਰੇਕਰ ਸਟੱਡੀ ਕਰਨਾ ਉਹ ਹੈ ਵੈਕਿਊਮ ਸਰਕਟ ਬ੍ਰੇਕਰ। ਵੈਕਿਊਮ ਦਾ ਮਤਲਬ ਹੁੰਦਾ ਵੀ ਕੋਈ ਵੀ ਜਿੱਥੇ ਆਪਣੇ ਕੋਲ ਪਾਰਟੀਕਲ ਨਹੀਂ ਆ, ਕੋਈ ਵੀ ਉੱਥੇ ਏਅਰ ਮੌਜੂਦ ਨਹੀਂ ਆ, ਉਹਨੂੰ ਆਪਾਂ ਕਹਿੰਦੇ ਆ ਕਿ ਇਹ ਕੀ ਆ ਮੇਰੇ ਕੋਲ ਵੈਕਿਊਮ। ਸੋ ਐਵਰੀ ਮੀਡੀਅਮ ਦੈਟ ਹੈਜ਼ ਪ੍ਰੈਸ਼ਰ ਬਿਲੋ ਐਟਮੋਸਫੇਰਿਕ ਪ੍ਰੈਸ਼ਰ ਇਜ਼ ਨੋਨ ਐਜ਼ ਵੈਕਿਊਮ। ਯਾਨੀ ਕਿ ਜਿਹਦਾ ਨੋਰਮਲ ਐਟਮੋਸਫੇਅਰ ਤੋਂ ਪ੍ਰੈਸ਼ਰ ਘੱਟ ਹੋਵੇ ਉਹਨੂੰ ਆਪਾਂ ਕੀ ਕਹਿੰਦੇ ਆ ਕਿ ਇਹ ਵੈਕਿਊਮ ਆ। ਸੋ ਵੈਕਿਊਮ ਮੀਨਸ ਨੋ ਏਅਰ। ਸੋ ਇਨ ਵੈਕਿਊਮ ਦੇਖੋ, ਇਨ ਵੈਕਿਊਮ ਦੇਰ ਇਜ਼ ਅਸ ਨੂੰ ਇਜ਼ ਕਰ ਲਿਓ, ਦੇਰ ਇਜ਼ very low pressure. At that pressure, when charged particle move from one electrode to other electrode, they do not cause collision with gas molecule। यानी कि वैक्यूम ਦੇ ਵਿੱਚ ਕੀ ਹੁੰਦਾ ਆ, ਪ੍ਰੈਸ਼ਰ ਇੰਨਾ ਕੁ ਜ਼ਿਆਦਾ ਘੱਟ ਹੁੰਦਾ ਆ, ਜਿਹਦੇ ਕਰਕੇ ਕੀ ਹੁੰਦਾ ਆ, ਘੱਟ ਪ੍ਰੈਸ਼ਰ ਕਰਕੇ ਕੀ ਹੁੰਦਾ ਆ, ਜਿਹੜੇ ਚਾਰਜਡ ਪਾਰਟੀਕਲਸ ਹੁੰਦੇ ਆ ਜਾਂ ਫ੍ਰੀ ਇਲੈਕਟ੍ਰੋਨਸ ਹੁੰਦੇ ਆ, ਉਹ ਇੱਕ ਇਲੈਕਟ੍ਰੋਡ ਤੋਂ ਦੂਸਰੇ ਇਲੈਕਟ੍ਰੋਡ ਤੱਕ ਜਦੋਂ ਮੂਵ ਕਰਦੇ ਆ ਤਾਂ ਉਹਨਾਂ ਦੀ ਕੀ ਆ, ਗੈਸ ਮੋਲੀਕਿਊਲਸ ਦੇ ਨਾਲ ਕੋਲੀਜਨ ਹੁੰਦੀ ਹੀ ਨਹੀਂ। ਉਹੀ ਉਹਨੇ ਲਿਖਿਆ, ਦੇ ਡੂ ਨੋਟ ਕਾਜ਼ ਕੋਲੀਜਨ ਵਿਦ ਗੈਸ ਮੋਲੀਕਿਊਲ। ਸੋ ਗੈਸ ਮੋਲੀਕਿਊਲਸ ਦੇ ਨਾਲ ਉਹਦੀ ਕੋਈ ਵੀ ਕੋਲੀਜਨ ਨਹੀਂ ਹੁੰਦੀ। ਸੋ ਗੈਸ ਮੋਲੀਕਿਊਲਸ ਦੇ ਨਾਲ ਕੋਲੀਜਨ ਹੋਣ ਦੇ ਕਰਕੇ ਕੀ ਹੁੰਦਾ, hence the ionization by collision of atoms and molecules is quite less in vacuum relative to the gas। ਯਾਨੀ ਕਿ ਕੋਈ ਵੀ ਗੈਸ ਆ, ਏਅਰ ਆ ਜਾਂ SF6 ਆ, ਉਹਦੇ ਕੰਪੈਰੀਜ਼ਨ ਦੇ ਵਿੱਚ ਕੀ ਹੋਊਗਾ, ਜਿਹੜੇ ਆਇਓਨਾਈਜੇਸ਼ਨ ਹੁੰਦੀ ਆ ਐਟਮਸ ਅਤੇ ਮੋਲੀਕੂਲ ਦੀ ਕੋਲੀਜ਼ਨ ਕਰਕੇ, ਉਹ ਬਹੁਤ ਘੱਟ ਹੋਊਗੀ ਵੈਕਿਊਮ ਦੇ ਵਿੱਚ। ਸੋ ਜਿਹੜਾ ਪ੍ਰੈਸ਼ਰ ਹੁੰਦਾ ਵੈਕਿਊਮ ਇੰਟਰਪਟਰ ਦੇ ਵਿੱਚ ਸੀਲ ਕਰਨ ਲੱਗੇ, ਉਹ ਕਿੰਨਾ ਹੁੰਦਾ 10⁻⁻⁶ ਟੋਰ। ਟੋਰ ਜਿਹੜਾ ਹੁੰਦਾ ਵੈਕਿਊਮ ਦੇ ਯੂਨਿਟਸ ਆਪਾਂ ਕਹਿ ਦਿੰਦੇ ਹਾਂ। ਸੋ ਜਿਹੜਾ ਪ੍ਰੈਸ਼ਰ ਆਪਾਂ ਵੈਕਿਊਮ ਇੰਟਰਪਟਰ, ਆਹ ਦੇਖੋ ਵੈਕਿਊਮ ਸਰਕਟ ਬ੍ਰੇਕਰ ਆ, ਇੱਥੇ ਮੇਰੇ ਕੋਲ ਸ਼ੋਅ ਹੋ ਰਿਹਾ। ਸੋ ਵੈਕਿਊਮ ਸਰਕਟ ਬ੍ਰੇਕਰ ਦੇ ਵਿੱਚ ਕੀ ਹੁੰਦਾ ਆ, ਆਹ ਮੇਰੇ ਕੋਲ ਇਹਦੇ ਪੁਆਇੰਟਸ ਹੁੰਦੇ ਆ, ਕੰਟੈਕਟ ਹੁੰਦੇ ਆ, ਮੂਵਿੰਗ ਕੰਟੈਕਟ ਅਤੇ ਫਿਕਸਡ ਕੰਟੈਕਟ ਹੁੰਦੇ ਆ। ਇਹ ਜਿਹੜਾ ਚੈਂਬਰ ਹੁੰਦਾ ਇਹਦੇ ਵਿੱਚ ਹੀ ਆਪਾਂ ਕੀ ਕੀਤਾ ਹੁੰਦਾ, ਵੈਕਿਊਮ ਬਣਾਇਆ ਹੁੰਦਾ। ਸੋ ਜਿਹੜਾ ਵੈਕਿਊਮ ਇੰਟਰਪਟਰ ਆ, ਇਹਦੇ ਵਿੱਚ ਜਿਹੜਾ ਪ੍ਰੈਸ਼ਰ ਆਪਾਂ ਰੱਖਦੇ ਹਾਂ ਇਹਨੂੰ ਸੀਲ ਕਰਨ ਦੇ ਟਾਈਮ 'ਤੇ, ਉਹ ਆਪਾਂ ਕਿੰਨਾ ਰੱਖਦੇ ਹਾਂ 10⁻⁻⁶ ਟੋਰ। The normal current carrying capacity of single interrupter is 800 to 3000 एम्पीयर। यानी कि एक इंटरप्टर, सिंगल इंटरप्टर लिखा ना, सो आ सिंगल इंटरप्टर आ। टोटल इत्थे मैनू 3 इंटरप्टर देखने मिल रहे हैं। सो ये 3 फेस वास्ते एक इंटरप्टर हुंदा है। सो इन्हां तिन्नां दी कितनी कैपेसिटी हुंदी है, 800 तो लैके 3000 एम्पीयर तक, ते वोल्टेज कितनी हुंदी 4.2 kV to 7.6 kV। सो जे मैं गैप की गल करां, जे मैं गैप देखा, जे 1.2 mm गैप मैं रखा आ दो कंटैक्ट दे विच, तां जिहड़ी एयर दी डायलैक्ट्रिक स्ट्रैंथ होगी वो होगी 2.50 kV पीक। बट उत्थे ही वैक्यूम की होगी 100 kV होगी। सिमिलरली जे अगे आप चार्ट देखिए तो जे लास्ट की गल करें तो 4.50 जो मैं गैप रखदा दो कंटैक्ट मूविंग ते फिक्स दे विच, जे उत्थे एयर होगी तो 15 kV दे ही की होगा, जी मेरी कंटैक्ट आ उन्हां दे विच की होगा, स्पार्क जी प्रोड्यूस हो जूगी पीक ते 15 kV पीक ते, याद रखियो। बट उत्थे जे वैक्यूम बनया होगा तो वैक्यूम की 200 kV पीक तक की कैरी कर सकता वोल्टेज नूं। सो देखो ये बहुत ज़्यादा फर्क होंदा एयर ते वैक्यूम जिहड़ा अपने कोल हुंदा आ मीडियम जे आपां यूज़ करदे आ उन्हां दोनां दे विच। सो जिद्दां बाकी सर्किट ब्रेकर हुंदे आ, उदां ही जिहड़ा मेरे कोल वैक्यूम सर्किट ब्रेकर हुंदा आ, इहदे विच भी की हुंदा आ, फिक्सड कॉन्टैक्ट होंदे आ ते मूविंग कॉन्टैक्ट होंदे आ। एक चीज़ तुहानूं होर दस देवां कि लास्ट टाइम भी तुहानूं दस्सिया सी, अजकल अपना बिजली बोर्ड जिहड़ा आ, पंजाब स्टेट पावर कॉरपोरेशन होवे चाहे ट्रांसमिशन कॉरपोरेशन होवे, इन्हां दे विच आपां की आ हर जगह ते वैक्यूम सर्किट ब्रेकर ही यूज़ करते हैं। कॉस्ट भी इन्हां दी काफ़ी हुंदी है सर्किट ब्रेकर्स की, 3 तो 5 लाख तक के सर्किट ब्रेकर होंदे आ। सो इन्हां दी कॉस्ट भी काफ़ी, बट यही आपां जिहड़े सर्किट ब्रेकर होंदे आ, इन्हां नूं आपां यूज़ करते हैं अपने हर जगह के उपर। सो इस करके इहदे जिहड़ा इहदे बारे तुहानूं बेसिक नॉलेज जिहड़ी होनी चाहिदी आ। जदों जिहड़ा प्रैशर हुंदा ना इहदे अंदरला, वो आपां नूं लगदा भी घट जावे ਤਾਂ ਕੀ ਹੁੰਦਾ, सर्किट ब्रेकर ऑपरेट नहीं करता। सो प्रैशर बनाउण वास्ते की हुंदा, इहदा एक प्लंजर हुंदा जिहनूं चार्ज करना पैंदा। ਉਹਨੂੰ ਜਦੋਂ चार्ज करदे फिर दोबारा वैक्यूम अंदर उन्ना ही बन जाता। ਇਹ ਜਦੋਂ ਤੁਸੀਂ ट्रेनिंग सबस्टेशन ਦੇ ਲਵਾਈ ਹੋਊਗੀ, ਕਈ ਬੱਚਿਆਂ ਨੂੰ ਉਹਨਾਂ ਨੂੰ ਪਤਾ ਵੀ ਹੋਊਗਾ ਇਸ ਚੀਜ਼ ਬਾਰੇ, ਉਹਨਾਂ ਨੇ ਦੇਖਿਆ ਵੀ ਹੋਊਗਾ ਇਸ ਚੀਜ਼ ਨੂੰ।
ਸੋ ਮੂਵਿੰਗ ਕੰਟੈਕਟ ਤੇ ਜਿਹੜੇ ਆਪਣੇ ਫਿਕਸਡ ਕੰਟੈਕਟ, ਇਹ ਦੋ ਚੀਜ਼ਾਂ ਤਾਂ ਹਰ ਸਰਕਟ ਬ੍ਰੇਕਰ 'ਚ ਹੁੰਦੀਆਂ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ। ਸੋ ਦਾ ਮੂਵਿੰਗ ਕੰਟੈਕਟ ਮੂਵਸ ਥਰੂ ਦਾ ਸ਼ਾਰਟ ਡਿਸਟੈਂਸ ਆਫ 5 to 10 mm ਡਿਪੈਂਡਿੰਗ ਅਪੋਨ ਦਾ ਆਪਰੇਟਿੰਗ ਵੋਲਟੇਜ। ਸੋ ਦੇਖੋ ਕਿੰਨੇ ਘੱਟ ਡਿਸਟੈਂਸ ਹੁੰਦਾ ਇਹਨਾਂ ਦੋਨਾਂ ਦੇ ਵਿੱਚ ਜਦੋਂ ਅਲੱਗ ਹੁੰਦੇ ਆ ਦੋਨੋਂ ਕੰਟੈਕਟ, 5 ਤੋਂ 10 mm, ਸਿਰਫ 5 ਤੋਂ 10 mm ਤੱਕ ਦਾ ਜਿਹੜਾ ਹੁੰਦਾ ਨਾ ਦੋਨਾਂ ਕੰਟੈਕਟ ਦੇ ਵਿੱਚ ਡਿਫਰੈਂਸ ਹੁੰਦਾ ਜਦੋਂ ਫਿਕਸਡ ਕੰਟੈਕਟ ਤੇ ਮੂਵਿੰਗ ਕੰਟੈਕਟ ਇੱਕ ਦੂਜੇ ਤੋਂ ਅਲੱਗ ਹੁੰਦੇ ਆ। ਇਹੀ ਵਜ੍ਹਾ ਆ ਕਿ ਸਰਕਟ ਬ੍ਰੇਕਰ ਜਿਹੜਾ ਹੁੰਦਾ ਇਹਦਾ ਸਾਈਜ਼ ਬਹੁਤ ਹੀ ਛੋਟਾ ਹੁੰਦਾ, ਠੀਕ ਆ, ਬਹੁਤ ਹੀ ਛੋਟੇ ਸਾਈਜ਼ ਦਾ ਇਹ ਸਰਕਟ ਬ੍ਰੇਕਰ ਹੁੰਦਾ। ਸੋ ਇਹ ਜਿਹੜਾ ਸਰਕਟ ਬ੍ਰੇਕਰ ਹੁੰਦਾ ਇਹਦਾ ਜਿਹੜਾ ਮੇਨ, ਸਭ ਤੋਂ ਮੇਨ ਪਾਰਟ ਹੁੰਦਾ ਉਹਨੂੰ ਮੈਟੈਲਿਕ ਬੈਲੋ ਹੁੰਦਾ, ਜਿਹੜੀ ਦੀ ਲਾਈਫ ਵੀ ਹੁੰਦੀ ਹੈ ਨਾ ਆਪਣੇ ਵੈਕਿਊਮ ਸਰਕਟ ਬ੍ਰੇਕਰ ਦੀ, ਉਹ ਇਸ ਬੈਲੋ ਦੇ ਉੱਤੇ ਹੀ ਡਿਪੈਂਡ ਕਰਦੀ ਹੈ ਵੀ ਇਹ ਬੈਲੋ ਜਿਹੜਾ ਆ ਇਹ ਕਿਸ ਮਟੀਰੀਅਲ ਦਾ ਬਣਿਆ ਅਤੇ ਇਹਦੀ ਕੀ ਕੁਆਲਿਟੀ ਆ। ਸੋ ਇੱਥੇ ਸਾਰੀ ਲਾਈਫ ਜਿਹੜੀ ਆ ਡਿਪੈਂਡ ਕਰਦੀ ਹੈ ਵੈਕਿਊਮ ਸਰਕਟ ਬ੍ਰੇਕਰ ਦੀ। ਇਹ ਵੀ ਜਿੱਦਾਂ ਆਪਣੇ ਗੱਡੀਆਂ ਦੇ ਵਿੱਚ ਕਲੱਚ ਹੁੰਦਾ ਨਾ, ਉੱਦਾਂ ਦੀ ਹੀ ਇਹਦੀ ਸ਼ੇਪ ਹੁੰਦੀ ਹੈ ਬੈਲੋ ਦੀ, ਫਲੈਕਸੀਬਲ ਹੁੰਦਾ ਇਹ ਬੈਲੋ ਜਿਹੜਾ ਹੁੰਦਾ ਮੈਟੈਲਿਕ ਬੈਲੋ। ਸੋ ਇਹ ਕੀ ਹੁੰਦਾ, ਮੇਡ ਕਿਹਦਾ ਬਣਿਆ ਹੁੰਦਾ, ਸਟੇਨਲੈਸ ਸਟੀਲ ਦਾ ਬਣਿਆ ਹੁੰਦਾ, ਅਤੇ ਲੋਅਰ ਕੰਟੈਕਟ 'ਤੇ ਮੂਵਿੰਗ ਕੰਟੈਕਟ 'ਤੇ ਆਪਾਂ ਲਗਾਉਂਦੇ ਹਾਂ, ਠੀਕ ਆ, ਹਮੇਸ਼ਾ ਮੂਵਿੰਗ ਕੰਟੈਕਟ 'ਤੇ ਲਾਉਂਦੇ। ਸੋ ਦਾ ਮੈਟੈਲਿਕ ਬੈਲੋ ਮੇਡ ਆਫ ਸਟੇਨਲੈਸ ਸਟੀਲ ਇਜ਼ ਯੂਜ਼ ਟੂ ਮੂਵ ਦਾ ਲੋਅਰ ਕੰਟੈਕਟ, ਯਾਨੀ ਕਿ ਜਿਹੜਾ ਮੂਵਿੰਗ ਕੰਟੈਕਟ ਆ। ਲਾਈਫ ਆਫ VCV ਡਿਪੈਂਡਸ ਅਪੋਨ ਦਿਸ ਬੈਲੋ। ਸੋ ਇਸ ਜਿਹੜਾ ਇਹ ਬੈਲੋ ਹੁੰਦਾ ਇਹ 'ਤੇ VCV ਦੀ ਲਾਈਫ ਡਿਪੈਂਡ ਕਰਦੇ ਆ। ਲੋਅਰ ਐਂਡ ਆਫ ਬ੍ਰੇਕਰ ਇਜ਼ ਫਿਕਸ ਟੂ ਸਪਰਿੰਗ ਆਪਰੇਟਡ ਔਰ ਸੋਲੀਨੋਇਡ ਆਪਰੇਟਡ ਮੈਕੈਨਿਜ਼ਮ। ਇਹ ਆਪਾਂ ਅੱਗੇ ਜਾ ਕੇ ਡਾਇਗਰਾਮ 'ਚ ਵੀ ਦੇਖਾਂਗੇ ਕਿ ਜਿਹੜਾ ਲੋਅਰ ਐਂਡ ਹੁੰਦਾ ਬ੍ਰੇਕਰ ਦਾ ਉਹ ਕਿਹਦੇ ਨਾਲ ਫਿਕਸ ਕੀਤਾ ਹੁੰਦਾ, ਸਪਰਿੰਗ ਆਪਰੇਟਡ ਸੋਲੀਨੋਇਡ ਜਾਂ ਆਪਰੇਟਡ ਮੈਕੈਨਿਜ਼ਮ ਦੇ ਨਾਲ। ਸਪਰਿੰਗ ਆਪਰੇਸ਼ਨ ਜਾਂ ਸੋਲੀਨੋਇਡ ਆਪਰੇਟਡ ਕੋਈ ਵੀ ਮੈਕੈਨਿਜ਼ਮ ਹੋਊਗਾ, ਯਾਨੀ ਕਿ ਕੋਈ ਵੀ ਆਪਣੀ ਰਿਲੇ ਲੱਗੀ ਹੋਊਗੀ ਜਿਹੜੀ ਕੰਟੈਕਟ ਨੂੰ ਮੂਵ ਕਰੂਗੀ, ਉਹੀ ਲਿਖਿਆ ਹੋਇਆ ਆਪਾਂ ਨੇ ਇੱਥੇ ਕਿ ਲੋਅਰ ਐਂਡ ਜਿਹੜਾ ਹੁੰਦਾ ਬ੍ਰੇਕਰ ਦਾ ਉਹਦੇ ਨਾਲ ਕੀ ਹੁੰਦਾ, ਆਪਾਂ ਕੋਈ ਟ੍ਰਿਪਿੰਗ ਮੈਕੈਨਿਜ਼ਮ ਜਿਹੜਾ ਹੁੰਦਾ ਉਹ ਲਾਇਆ ਹੁੰਦਾ ਹੈ। It may be spring operated or solenoid. So the metallic bellow inside the chamber moves upward and downward, or we can say open or close the circuit breaker. So ਜਿਹੜਾ metallic bellow ਹੁੰਦਾ ਇਹੀ ਜਿਹੜਾ ਹੁੰਦਾ ਚੈਂਬਰ ਦੇ ਵਿੱਚ ਉੱਪਰ ਥੱਲੇ ਮੂਵ ਕਰਦਾ। ਦੇਖੋ ਜੇ metallic bellow ਆਪਣੇ ਕੋਲ ਨਾ ਹੋਵੇ ਨਾ ਤਾਂ ਜਿਹੜਾ ਬ੍ਰੇਕਰ ਉਹਦੇ ਵਿੱਚ 에ਅਰ ਜਾ ਸਕਦੀ, ਜਿਹਦੇ ਕਰਕੇ ਸਾਰਾ ਜਿਹੜੀ ਵਰਕਿੰਗ ਹੁੰਦੀ ਉਹਦੀ ਖਰਾਬ ਹੋ ਸਕਦੀ। ਇਸ ਕਰਕੇ ਆਪਾਂ metallic bellow ਜਿਹੜਾ ਹੁੰਦਾ ਇਹ ਵਧੀਆ ਕੁਆਲਿਟੀ ਦਾ ਹੀ ਯੂਜ਼ ਕਰਨਾ ਚਾਹੀਦਾ ਤਾਂ ਕਿ ਲਾਈਫ ਸਰਕਟ ਬ੍ਰੇਕਰ ਦੀ ਜ਼ਿਆਦਾ ਹੋ। ਸੋ ਮੈਟੈਲਿਕ ਬੈਲੋ ਨਹੀਂ ਕੀ ਹੋਣਾ, ਚੈਂਬਰ ਦੇ ਵਿੱਚ ਉੱਪਰ ਥੱਲੇ ਮੂਵ ਕਰਕੇ ਜਿਹੜੇ ਕੰਟੈਕਟ ਹੁੰਦੇ ਨਾ ਇਹਨਾਂ ਨੂੰ ਉੱਪਰ ਥੱਲੇ ਕਰਨਾ ਹੁੰਦਾ, ਜਿਹੜੇ ਕੰਟੈਕਟ ਆ ਨਾ ਇਹਨਾਂ ਨੂੰ ਓਪਨ ਜਾਂ ਕਲੋਜ਼ ਕਰਨਾ ਹੁੰਦਾ ਮੈਟੈਲਿਕ ਬੈਲੋ ਨੇ। ਹੁਣ ਆਹ ਦੇਖੋ, ਆ ਮੇਰੇ ਕੋਲ ਡਾਇਗਰਾਮ ਆ ਆਪਣੇ ਕੋਲ, ਆਹ ਦੇਖੋ, ਆਹ ਉੱਪਰ ਕੀ ਆ, ਇਹ ਫਿਕਸਡ ਕੰਟੈਕਟ ਆ, ਇੱਕ ਮੇਰੇ ਕੋਲ ਆ ਥੱਲੇ ਵਾਲਾ ਜਿਹੜਾ ਆ ਮੂਵਿੰਗ ਕੰਟੈਕਟ ਆ। ਤੁਹਾਨੂੰ ਦੱਸਿਆ ਸੀਗਾ ਕਿ ਦੋ ਹੋਣੇ ਹੀ ਆ, ਇੱਕ ਫਿਕਸਡ ਇੱਕ ਮੂਵਿੰਗ ਕੰਟੈਕਟ। ਜਿਹੜਾ ਮੂਵਿੰਗ ਕੰਟੈਕਟ ਹੁੰਦਾ ਆ ਉਹਦੇ ਨਾਲ ਆਪਾਂ ਕੀ ਲਾਇਆ ਹੁੰਦਾ, ਇੱਕ ਬੈਲੋ ਲਗਾਇਆ ਹੁੰਦਾ। ਆ ਦੇਖੋ ਇਹ ਮੈਟੈਲਿਕ ਬੈਲੋ ਹੁੰਦਾ, ਇਹ ਫਰੀ ਮੂਵ ਕਰਦਾ, ਇਹ ਉੱਪਰ ਥੱਲੇ ਮੂਵ ਕਰ ਸਕਦਾ ਜਿਹੜਾ ਬੈਲੋ ਹੁੰਦਾ। ਅਤੇ ਬੈਲੋ ਨੂੰ ਪ੍ਰੋਟੈਕਟ ਕਰਨ ਵਾਸਤੇ ਆਪਾਂ ਕੀ ਕੀਤਾ ਹੁੰਦਾ ਕਿ ਇੱਕ ਬੈਲੋ ਸ਼ੀਟ ਲਾਈ ਹੁੰਦੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਆਰਕ ਆ ਉਹ ਇੱਥੇ ਤੱਕ ਨਾ ਪਹੁੰਚੇ ਬੈਲੋ ਤੱਕ। ਸੋ ਇਹ ਹੁੰਦਾ ਬੈਲੋ ਦੀ ਸ਼ੀਲਡ ਹੁੰਦੀ ਉਹਦੇ ਨਾਲ, ਅਤੇ ਮੂਵਿੰਗ ਕੰਟੈਕਟ ਦੇ ਨਾਲ ਹਮੇਸ਼ਾ ਲੱਗਾ ਹੁੰਦਾ। ਲੋਅਰ ਕੰਟੈਕਟ ਹੁੰਦਾ ਹਮੇਸ਼ਾ ਮੂਵਿੰਗ ਕੰਟੈਕਟ ਨੂੰ ਲੋਅਰ ਇਸ ਕਰਕੇ ਲਾਉਂਦੇ ਆ ਤਾਂ ਕਿ ਕੁਛ ਗ੍ਰੈਵਿਟੀ ਦਾ ਇੰਪੈਕਟ ਵੀ ਪਵੇ ਅਤੇ ਥੱਲੇ ਨੂੰ ਜਿਹੜਾ ਮੂਵਿੰਗ ਕੰਟੈਕਟ ਖੁੱਲ੍ਹੇ ਅਤੇ ਆਪਣੇ ਆਪ ਜਿਹੜਾ ਕੰਟੈਕਟ, ਕਿਉਂਕਿ ਜੇ ਮੂਵਿੰਗ ਕੰਟੈਕਟ ਆਪਾਂ ਉੱਪਰ ਲਾਵਾਂਗੇ ਤਾਂ ਗ੍ਰੈਵਿਟੀ ਦੇ ਨਾਲ ਮੂਵਿੰਗ ਕੰਟੈਕਟ ਥੱਲੇ ਨੂੰ ਦੁਬਾਰਾ ਜੋੜ ਵੀ ਸਕਦਾ, ਠੀਕ ਆ। ਸੋ ਇਸ ਕਰਕੇ ਐਨਰਜੀ ਵੀ ਘੱਟ ਲੱਗੇ, ਗ੍ਰੈਵਿਟੀ ਦਾ ਕੋਈ ਇਫੈਕਟ ਨਾ ਪਵੇ, ਇਸ ਕਰਕੇ ਮੂਵਿੰਗ ਕੰਟੈਕਟ ਜਿਹੜਾ ਹੁੰਦਾ ਇਹਨੂੰ ਆਪਾਂ ਥੱਲੇ ਰੱਖਦੇ ਹਾਂ। ਸੋ ਨਾਲ ਇਹਦੇ ਬੈਲੋ ਵੀ ਆ ਦੇਖੋ ਅਟੈਚ ਕੀਤਾ ਹੋਇਆ। ਬੈਲੋ ਜਿਹੜਾ ਹੁੰਦਾ ਇਹ ਫਰੀਲੀ ਫਲੈਕਸੀਬਲ ਹੁੰਦਾ, ਇਹ ਬੈਲੋ ਤੁਸੀਂ ਕਹਿ ਸਕਦੇ ਆ ਫਲੈਕਸੀਬਲ ਹੁੰਦਾ। ਸੋ ਇਹ ਜਿਹੜਾ ਹੁੰਦਾ ਫਰੀਲੀ ਮੂਵ ਕਰਦਾ। ਦੈਨ ਆਪਣੇ ਕੋਲ ਐਂਡ ਸ਼ੀਲਡ ਹੁੰਦੀ ਆ ਜਿਹਨੇ ਉੱਪਰ ਬੋਡੀ ਜਿਹੜੀ ਹੁੰਦੀ ਇਹਨੂੰ ਸਪੋਰਟ ਕੀਤਾ ਹੁੰਦਾ। ਇੰਸੂਲੇਟਿੰਗ ਐਨਵੈਲਪ ਹੁੰਦਾ ਜਿਹੜਾ ਕਿਸੇ ਵੀ ਤਰ੍ਹਾਂ ਦੀ ਮੈਗਨੈਟਿਕ ਫੀਲਡ ਜਾਂ ਕੋਈ ਹੋਰ ਜਿਹੜੇ ਆਪਣੇ ਕੋਲ ਆਰਕ ਵਗੈਰਾ ਪ੍ਰੋਡਿਊਸ ਹੁੰਦੀ ਆ ਉਹਨੂੰ ਬਾਹਰ ਆਉਣ ਤੋਂ ਰੋਕਦਾ ਆ, ਜਾਂ ਕਰੰਟ ਜਿਹੜਾ ਹੁੰਦਾ ਉਹਨੂੰ ਬਾਹਰ ਬੋਡੀ ਤੱਕ ਨਹੀਂ ਆਉਣ ਦਿੰਦਾ। ਦੈਨ ਸ਼ੀਲਡ ਸਪੋਰਟ ਫਲੈਂਜ, ਇਹ ਜਿਹੜੇ ਹੁੰਦੇ ਆ ਇਹਨਾਂ ਨੇ ਸ਼ੀਲਡ ਜਿਹੜੀ ਹੁੰਦੀ ਆ, ਜਿਹੜੀ ਵੇਪਰ ਕੰਡੈਂਸੇਸ਼ਨ ਸ਼ੀਲਡ ਹੁੰਦੀ ਆ ਨਾ, ਇਹਨੂੰ ਸਪੋਰਟ ਕਰਦੇ ਆ ਇਹ। ਸੋ ਸ਼ੀਲਡ ਸਪੋਰਟ ਫਲੈਂਜ ਦਾ ਕੰਮ ਕੀ ਹੁੰਦਾ, ਜਿਹੜੇ ਆਹ ਵੇਪਰ ਕੰਡੈਂਸੇਸ਼ਨ, ਆ ਦੇਖੋ ਵੇਪਰ ਕੰਡੈਂਸੇਸ਼ਨ ਸ਼ੀਲਡ ਹੈ ਨਾ, ਇਹਨੂੰ ਸਪੋਰਟ ਕੀਤਾ ਹੁੰਦਾ ਤਾਂ ਕਿ ਆਪਣੀ ਜਗ੍ਹਾ 'ਤੇ ਬਣੀ ਰਹੇ। ਬਾਕੀ ਆਹ ਦੋ ਜਿਹੜੇ ਹੁੰਦੇ ਆ ਮੂਵਿੰਗ ਅਤੇ ਫਿਕਸਡ ਕੰਟੈਕਟ ਦੇ ਇਲੈਕਟ੍ਰੋਡ ਹੁੰਦੇ ਆ। ਫਿਕਸਡ ਕੰਟੈਕਟ ਦਾ ਇਲੈਕਟ੍ਰੋਡ ਹੋ ਗਿਆ, ਥੱਲੇ ਮੂਵਿੰਗ ਕੰਟੈਕਟ ਦਾ ਇਲੈਕਟ੍ਰੋਡ ਹੋ ਗਿਆ। ਬਾਕੀ ਵੇਪਰ ਕੰਡੈਂਸੇਸ਼ਨ ਸ਼ੀਲਡ ਲੱਗੀ ਹੁੰਦੀ ਹੈ ਅਤੇ ਬੈਲੋ ਸ਼ੀਲਡ ਹੁੰਦੀ ਹੈ, ਇਹਦੇ ਬਾਰੇ ਤੁਹਾਨੂੰ ਦੱਸਿਆ। ਸੋ ਇਹ ਸਾਰੇ ਮੇਨ ਪਾਰਟ ਹੁੰਦੇ ਆ ਇਹਦੇ ਸਰਕਟ ਬ੍ਰੇਕਰ ਦੇ। ਵਰਕਿੰਗ ਜਿਹੜੀ ਹੁੰਦੀ ਹੈ ਇਹਦੀ ਸੇਮ ਹੁੰਦੀ ਆ ਬਾਕੀਆਂ ਵਾਂਗੂ ਹੀ, ਕਿ ਜਦੋਂ ਵੀ ਮੇਰੇ ਕੋਲ ਫਾਲਟ ਆਇਆ, ਜਿਹੜਾ ਮੇਰੇ ਕੋਲ ਟ੍ਰਿਪਿੰਗ ਮਕੈਨਿਜ਼ਮ ਆ ਉਹ ਕੀ ਆ, ਅੱਗੇ ਮੂਵਿੰਗ ਕੰਟੈਕਟ ਦੇ ਨਾਲ ਇੱਥੇ ਲੱਗਾ ਹੋਊਗਾ ਟ੍ਰਿਪਿੰਗ ਮਕੈਨਿਜ਼ਮ। ਇਟ ਮੇ ਵੀ ਸੋਲੀਨੋਇਡ ਜਾਂ ਫਿਰ ਇਹ ਕੋਈ ਹੋਰ ਰਿਲੇ ਵੀ ਲੱਗੀ ਹੋ ਸਕਦੀ ਹੈ ਨਾਲ ਇਹਦੇ। ਸੋ ਉਹਨੇ ਕੀ ਕਰਨਾ ਹੈ, ਜਿਹੜਾ ਮੂਵਿੰਗ ਕੰਟੈਕਟ ਹੁੰਦਾ ਇਹਨੂੰ ਡਾਊਨਵਰਡ ਪੁਸ਼ ਕਰਨਾ। ਜਦੋਂ ਇਹ ਕੰਟੈਕਟ ਮੇਰਾ ਡਾਊਨਵਰਡ ਮੂਵ ਹੋਇਆ ਉਸ ਟਾਈਮ 'ਤੇ ਕੀ ਹੋਣਾ, ਜਿਹੜਾ ਮੈਟੈਲਿਕ ਬੈਲੋ ਆ ਨਾ, ਮੈਟੈਲਿਕ ਬੈਲੋ ਨੇ ਵੀ ਇਹਦੇ ਨਾਲ ਹੀ ਮੂਵ ਕਰ ਜਾਣਾ। ਸੋ ਮੈਟੈਲਿਕ ਬੈਲੋ ਇਸੇ ਕਰਕੇ ਲਾਇਆ ਹੁੰਦਾ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਏਅਰ ਨਾ ਅੰਦਰ ਜਾਵੇ। ਸੋ ਮੈਟੈਲਿਕ ਬੈਲੋ ਫਲੈਕਸੀਬਲ ਹੁੰਦਾ, ਇਹਨੇ ਮੂਵ ਕੀਤਾ, ਨਾਲ ਕੰਟੈਕਟ ਅਲੱਗ ਹੋ ਗਏ। ਹੁਣ ਕਿਉਂ ਨਾ ਆਰਕ ਤਾਂ ਪ੍ਰੋਡਿਊਸ ਹੋਊਗੀ, ਇੱਥੇ ਆਰਕ ਤਾਂ ਪ੍ਰੋਡਿਊਸ ਹੋਊਗੀ ਬਟ ਬਹੁਤ ਘੱਟ ਆਰਕ ਹੋਊਗੀ। ਉਹ ਕਿਉਂ ਘੱਟ ਹੋਊਗੀ, ਕਿਉਂਕਿ ਆਪਣੇ ਕੋਲ ਇੱਥੇ ਕੀ ਆ, ਵੈਕਿਊਮ ਆ।
ਆ ਜਿਹੜਾ ਚੈਂਬਰ ਆ ਇੱਥੇ ਕੀ ਆ ਸਾਰਾ ਵੈਕਿਊਮ ਬਣਿਆ ਹੋਇਆ। ਸੋ ਵੈਕਿਊਮ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੁੰਦੀ ਵੈਕਿਊਮ ਦੀ ਬਹੁਤ ਜ਼ਿਆਦਾ ਹੁੰਦੀ। ਡਾਇਲੈਕਟ੍ਰਿਕ ਸਟਰੈਂਥ ਵੀ ਕੀ ਹੈ ਉੱਥੇ ਵੈਕਿਊਮ ਦੇ ਵਿੱਚ ਕੋਈ ਏਅਰ ਹੀ ਹੈ ਨਹੀਂ ਗੀ ਆਪਣੇ ਕੋਲ, ਕੋਈ ਮੀਡੀਅਮ ਹੀ ਹੈ ਨਹੀਂ ਗਾ ਜਿਹਨੇ ਇਹ ਜਿਹੜੇ ਇਲੈਕਟ੍ਰੋਨਸ ਆ ਉਹਨਾਂ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਕਰਨੀ ਆ, ਜਾਂ ਕੋਈ ਮੀਡੀਅਮ ਹੀ ਹੈ ਨਹੀਂ ਗਾ ਜਿਹੜਾ ਆਇਓਨਾਈਜ਼ ਹੋ ਸਕੇ। ਅਤੇ ਉੱਥੇ ਕੀ ਆਰਕ ਹੀ ਨਹੀਂ ਪ੍ਰੋਡਿਊਸ ਹੁੰਦੀ, ਕਿਉਂਕਿ ਆਇਓਨਾਈਜ਼ ਜਿਹੜਾ ਮੀਡੀਅਮ ਹੁੰਦਾ ਉਹਦੇ ਕਰਕੇ ਤਾਂ ਆਰਕ ਪ੍ਰੋਡਿਊਸ ਹੁੰਦੀ ਆ ਉੱਥੇ, ਠੀਕ ਹੈ ਨਾ, ਕਰੰਟ ਬਣੇ ਰਹਿਣ ਦੀ ਕੋਸ਼ਿਸ਼ ਕਰਦਾ। ਸੋ ਜੇ ਆਪਾਂ ਮੀਡੀਅਮ ਹੀ ਖਤਮ ਕਰਤਾ ਵਿੱਚੋਂ ਤਾਂ ਉੱਥੇ ਆਰਕ ਜਿਹੜੀ ਹੈ ਕਿਸੇ ਤਰ੍ਹਾਂ ਦੀ ਪ੍ਰੋਡਿਊਸ ਹੀ ਨਹੀਂ ਹੋਣੀ। ਸੋ ਉਹੀ ਆਪਾਂ ਇੱਥੇ ਦੇਖਿਆ ਵੀ ਸੀਗਾ ਕਿ ਆਇਓਨਾਈਜ਼ ਕੀ ਕਦੋਂ ਹੁੰਦਾ ਹੈ ਆਪਣੇ ਕੋਲ, ਜਿਹੜੀ ਮੀਡੀਅਮ ਹੁੰਦਾ ਜਦੋਂ ਕੋਲੀਜ਼ਨ ਹੁੰਦੀ ਹੈ ਐਟਮ ਅਤੇ ਮੋਲੀਕਿਊਲਸ ਦੀ। ਸੋ ਉੱਥੇ ਐਟਮ ਅਤੇ ਮੋਲੀਕਿਊਲ ਦੀ ਕੋਲੀਜ਼ਨ ਆਪਸ ਦੇ ਵਿੱਚ ਹੋਣੀ ਨਹੀਂ ਆ ਵੈਕਿਊਮ ਦੇ ਵਿੱਚ, ਤਾਂ ਉੱਥੇ ਆਇਓਨਾਈਜੇਸ਼ਨ ਤਾਂ ਹੋਣੀ ਨਹੀਂ ਕਿਸੇ ਵੀ ਤਰ੍ਹਾਂ ਦੀ, ਜਿਹਦੇ ਕਰਕੇ ਕਿ ਕੋਈ ਵੀ ਆਰਕ ਮੇਰੇ ਕੋਲ ਉੱਥੇ ਪ੍ਰੋਡਿਊਸ ਨਹੀਂ ਹੋਣੀ। ਸੋ ਵਰਕਿੰਗ ਇਹਦੀ ਬਹੁਤ ਸਿੰਪਲ ਆ, ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਇਹਨੂੰ ਲਿਖਣਾ ਜ਼ਰੂਰ ਆ, ਵਰਕਿੰਗ ਨੂੰ ਆਪਣੀ ਲੈਂਗੁਏਜ 'ਚ ਲਿਖਿਓ ਬਟ ਲਿਖਣਾ ਜ਼ਰੂਰ ਆ, ਬਹੁਤ ਸਿੰਪਲ ਵਰਕਿੰਗ ਹੈ ਇਹਦੀ। ਬਾਕੀ ਡਿਟੇਲ ਤੁਹਾਨੂੰ ਜਿਹੜੀ ਆ ਦੱਸ ਦਿੱਤੀ ਹੈ ਇਹਦੇ ਬਾਰੇ ਵੀ ਕਿੱਦਾਂ ਇਹ ਕੰਮ ਕਰਦਾ ਹੈ ਅਤੇ ਕੀ ਇਹਦੇ ਵਿੱਚ ਮੇਨ ਪਾਰਟਸ ਹੁੰਦੇ ਆ। ਸਭ ਤੋਂ ਮੇਨ ਪਾਰਟ ਜਿਹੜਾ ਹੁੰਦਾ ਇਹਦਾ ਉਹ ਤਾਂ ਬੈਲੋ ਹੀ ਹੁੰਦਾ, ਮੈਟੈਲਿਕ ਬੈਲੋ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ ਇਹ ਤੁਸੀਂ ਨੋਟ ਕਰ ਲਿਓ ਆਪਣੇ ਕਾਪੀਜ਼ ਦੇ ਉੱਪਰ। ਬਾਕੀ ਅੱਜ ਕੱਲ੍ਹ ਤਾਂ ਹਰ ਸਬ ਸਟੇਸ਼ਨ ਦੇ ਉੱਪਰ ਵੈਕਿਊਮ ਸਰਕਟ ਬ੍ਰੇਕਰ ਯੂਜ਼ ਕਰਦੇ ਆ। ਇਹਨਾਂ ਦਾ ਆਪਰੇਸ਼ਨ ਵੀ ਜਿਹੜਾ ਹੁੰਦਾ ਬਹੁਤ ਸਾਇਲੈਂਟ ਹੁੰਦਾ ਅਤੇ ਆਪਾਂ ਇਹਨੂੰ ਰੀਯੂਜ਼ ਕਰ ਸਕਦੇ ਹਾਂ, ਬਾਰ-ਬਾਰ ਮਤਲਬ ਕਿ ਯੂਜ਼ ਕਰ ਸਕਦੇ ਹਾਂ ਇਹਨਾਂ ਨੂੰ ਆਰਾਮ ਦੇ ਨਾਲ। ਮੇਨਟੇਨੈਂਸ ਵੀ ਇਹਨਾਂ ਦੀ ਈਜ਼ੀ ਹੁੰਦੀ ਆ। ਤੁਸੀਂ ਕਿਸੇ ਸਰਕਟ ਬ੍ਰੇਕ ਤੁਸੀਂ ਕਿਸੇ ਸਬ ਸਟੇਸ਼ਨ 'ਤੇ ਜਾਓਗੇ ਤਾਂ ਉੱਥੇ ਤੁਸੀਂ ਆਰਾਮ ਨਾਲ ਇਹਦੀ ਜਿਹੜੀ ਆਪਰੇਸ਼ਨ ਦੇਖ ਸਕਦੇ ਆ ਵੀ ਇਹਦਾ ਕਿੱਦਾਂ ਦਾ ਆਪਰੇਸ਼ਨ ਹੁੰਦਾ। ਜਿੱਦਾਂ ਤੁਹਾਨੂੰ ਆ ਡਾਇਗਰਾਮ ਦਿਖਾਇਆ, ਆ ਦੇਖੋ ਆਹ ਦੇਖੋ ਆ ਆਪਣੇ ਕੋਲ ਵੈਕਿਊਮ ਸਰਕਟ ਬ੍ਰੇਕਰ ਹੀ ਆ ਹੁਣ, ਜਿਹਦੇ ਵਿੱਚ ਕੀ ਆ ਆਪਣੇ ਕੋਲ ਆ ਦੇਖੋ ਇੱਕ ਆਪਣੇ ਕੋਲ ਉੱਪਰ ਕੀ ਆ ਫਿਕਸਡ ਕੰਟੈਕਟ ਆ, ਥੱਲੇ ਕੀ ਆ ਮੂਵਿੰਗ ਕੰਟੈਕਟ, ਇੱਕ ਇਹਦੇ ਨਾਲ ਥੱਲੇ ਬੈਲੋ ਲੱਗਾ ਹੋਊਗਾ। ਸੋ ਇਹ ਇਹਨਾਂ ਦੇ ਵਿੱਚ ਸਿਰਫ 5 ਤੋਂ 10 mm ਹੀ ਖੁੱਲ੍ਹਦੇ ਆ, ਜ਼ਿਆਦਾ ਇਹਨਾਂ ਦੇ ਵਿੱਚ ਗੈਪ ਨਹੀਂ ਹੁੰਦਾ ਜਦੋਂ ਵੀ ਕੋਈ ਫਾਲਟ ਮੇਰੇ ਕੋਲ ਆਉਂਦਾ ਆ। ਬਾਕੀ ਦੀ ਆਪਾਂ ਕੰਸਟਰਕਸ਼ਨ ਸਟੱਡੀ ਕੀਤੀ। ਨੈਕਸਟ ਆਪਾਂ ਹੁਣ ਇਹਦੇ ਨਾ ਐਡਵਾਂਟੇਜਸ ਜਿਹੜੇ ਆ ਉਹ ਸਟੱਡੀ ਕਰਦੇ ਹਾਂ ਕਿ ਕੀ ਮੇਰੇ ਕੋਲ ਵੈਕਿਊਮ ਸਰਕਟ ਬ੍ਰੇਕਰ ਦੇ ਐਡਵਾਂਟੇਜਸ ਹੁੰਦੇ ਆ। ਸੋ VCB ਇਜ਼ ਅ ਸੈਲਫ ਕੰਟੇਨਡ ਐਂਡ ਡਜ਼ਨਟ ਰਿਕੁਆਇਰਡ ਔਰ ਨੀਡ ਐਨੀ ਆਕਜ਼ਲਰੀ ਏਅਰ ਔਰ ਆਇਲ ਹੋਲਡਿੰਗ ਸਿਸਟਮ। ਜਿਵੇਂ ਕਿ ਆਪਣਾ ਆਇਲ ਸਰਕਟ ਬ੍ਰੇਕਰ ਦੇ ਵਿੱਚ ਕੀ ਸੀਗਾ ਕਿ ਆਪਾਂ ਨੂੰ ਆਇਲ ਦੀ ਨੀਡ ਹੁੰਦੀ ਸੀਗੀ ਆਰਕ ਨੂੰ ਕੁਇੰਚ ਕਰਨ ਵਾਸਤੇ। ਉਹ ਬਾਰ-ਬਾਰ ਆਇਲ ਜਿਹੜਾ ਹੁੰਦਾ ਲੀਕ ਕਰ ਗਿਆ ਉਹਦੀ ਮੇਨਟੇਨੈਂਸ ਕਰਨੀ ਜਾਂ ਉਹਨੂੰ ਰੀਪਲੇਸ ਕਰਨਾ ਬਾਰ-ਬਾਰ ਆਇਲ ਨੂੰ, ਇੱਦਾਂ ਦੀ ਇਹਦੇ ਵਿੱਚ ਕੋਈ ਨੀਡ ਨਹੀਂ ਆਪਾਂ ਨੂੰ। ਏਅਰ ਦੇ ਵਿੱਚ ਕੀ ਸੀਗਾ ਆਪਾਂ ਨੂੰ ਇੱਕ ਅਲੱਗ ਤੋਂ ਕੰਪਰੈਸ਼ਰ ਪਲਾਂਟ ਜਿਹੜਾ ਹੁੰਦਾ ਸੀ ਉਹਦੀ ਰਿਕੁਆਇਰਮੈਂਟ ਹੁੰਦੀ ਸੀ। ਉਹ ਜਿਹੜਾ ਕੰਪਰੈਸ਼ਰ ਪਲਾਂਟ ਹੁੰਦਾ ਸੀਗਾ ਉਹ ਏਅਰ ਨੂੰ ਕੰਪਰੈਸ ਕਰਦਾ ਸੀ ਅਤੇ ਏਅਰ ਅੱਗੇ ਜਾਂਦੀ ਸੀ। ਸੇਮ ਹੀ ਆਪਣੇ ਕੋਲ SF6 ਸਰਕਟ ਬ੍ਰੇਕਰ ਦੇ ਵਿੱਚ ਕੀ ਸੀਗਾ ਕਿ ਆਪਣੇ ਕੋਲ ਸਪੈਸ਼ਲ ਰਿਕੁਆਇਰਮੈਂਟ ਹੁੰਦੀ ਸੀ ਐਡੀਸ਼ਨਲ ਇਕਵਿਪਮੈਂਟ ਦੀ, ਜਿਹੜਾ ਕੀ ਕਰੇ ਆਪਣੀ ਜਿਹੜੀ ਗੈਸ ਯੂਜ਼ ਹੋਈ ਆ ਉਹਨੂੰ ਦੁਬਾਰਾ ਰੀਕੰਡੀਸ਼ਨ ਕਰ ਸਕੇ, ਉਹਨੂੰ ਦੁਬਾਰਾ ਰੀਯੂਜ਼ ਕਰ ਸਕੇ। ਬਟ ਜਿਹੜਾ VCB ਆ, VCB ਦੇ ਵਿੱਚ ਆਪਾਂ ਨੂੰ ਕੁਛ ਵੀ ਇੱਦਾਂ ਦਾ ਐਡੀਸ਼ਨਲ ਇਕਵਿਪਮੈਂਟ ਦੀ ਜਾਂ ਕਿਸੇ ਰੈਜ਼ਰਵਾਇਰ ਦੀ ਜਾਂ ਐਡੀਸ਼ਨਲ ਇਕਵਿਪਮੈਂਟ ਦੀ ਕੋਈ ਜ਼ਰੂਰਤ ਹੀ ਨਹੀਂ ਆ, ਕਿਸੇ ਰੈਜ਼ਰਵਾਇਰ ਦੀ ਵੀ ਜ਼ਰੂਰਤ ਨਹੀਂ ਆ। ਇਹ ਇੱਕ ਸੈਲਫ ਕੰਟੇਨਡ ਸਰਕਟ ਬ੍ਰੇਕਰ ਹੁੰਦਾ ਆ, ਜਿਹਦੇ ਆਪਣੇ ਪਾਰਟਸ ਜਿਹੜੇ ਹੁੰਦੇ ਆ ਇੱਕ ਸੈਲਫ ਕੰਟੇਨਡ ਇੱਕ ਜਿਹੜਾ ਪੈਕੇਜ ਹੁੰਦਾ ਆ ਜਾਂ ਇੱਕ ਬਾਡੀ ਹੁੰਦੀ ਉਹਦੇ ਵਿੱਚ ਹੀ ਸਾਰੇ ਪਾਰਟ ਹੁੰਦੇ ਆ। ਸੋ ਉਹਦੇ ਕਰਕੇ ਕੀ ਆ ਇਹਦੀ ਜਿਹੜਾ ਸਾਈਜ਼ ਹੁੰਦਾ ਨਾ ਉਹ ਬੜਾ ਘੱਟ ਹੁੰਦਾ, ਬਹੁਤ ਛੋਟਾ ਸਾਈਜ਼ ਹੁੰਦਾ। ਇਹ ਆਪਾਂ ਛੋਟੀ ਜਗ੍ਹਾ ਦੇ ਉੱਪਰ ਵੀ ਯੂਜ਼ ਕਰ ਸਕਦੇ ਹਾਂ ਇਹਨੂੰ। ਨੈਕਸਟ, ਰੈਪਿਡ ਰਿਕਵਰੀ ਆਫ ਵੈਰੀ ਹਾਈ ਡਾਇਲੈਕਟ੍ਰਿਕ ਸਟਰੈਂਥ ਆਫਟਰ ਹਾਫ ਔਰ ਲੈਸ ਸਾਈਕਲ। ਸੋ ਇਹਦੀ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੁੰਦੀ ਆ ਕਿਉਂਕਿ ਮੀਡੀਅਮ ਕੋਈ ਹੈ ਹੀ ਨਹੀਂ ਗਾ ਉੱਥੇ, ਸੋ ਓਬਵੀਅਸਲੀ ਡਾਇਲੈਕਟ੍ਰਿਕ ਸਟਰੈਂਥ ਉੱਥੇ ਜ਼ਿਆਦਾ ਹੀ ਹੋਣੀ ਆ। ਅਤੇ ਜਿਹੜੀ ਰਿਕਵਰੀ ਵੀ ਹੁੰਦੀ ਆ ਨਾ, ਜਿਹੜਾ ਫਾਲਟ ਆ ਉਹਦੀ ਰਿਕਵਰੀ ਵੀ ਬਹੁਤ ਈਜ਼ੀ ਹੋ ਜਾਂਦੀ ਆ। ਮਤਲਬ ਕਿ ਜੇ ਤੁਸੀਂ ਦੇਖੋਗੇ ਵੀ ਖੁਦ ਜਾ ਕੇ ਤਾਂ ਜਦੋਂ ਵੀ ਆਪਾਂ ਸਰਕਟ ਬ੍ਰੇਕਰ ਨੂੰ ਖੁਦ ਇੰਟਰਪਟ ਕਰਦੇ ਹਾਂ ਜਾਂ ਸਰਕਟ ਬ੍ਰੇਕਰ ਨੂੰ ਬੰਦ ਕਰਦੇ ਹਾਂ ਤਾਂ ਉਹ ਵਿਦਿਨ ਅ ਮਿਲੀ ਸੈਕਿੰਡ ਜਿਹੜਾ ਹੁੰਦਾ ਉਹ ਜਿਹੜਾ ਆਪਣਾ ਕਰੰਟ ਹੁੰਦਾ ਉਹਨੂੰ ਇੰਟਰਪਟ ਕਰ ਦਿੰਦਾ ਜਾਂ ਸਰਕਟ ਨੂੰ ਬੰਦ ਕਰ ਦਿੰਦਾ ਜਦੋਂ ਆਪਾਂ ਆਪ ਵੀ ਓਪਨ ਕਰਦੇ ਹਾਂ, ਲੋਡ 'ਤੇ ਓਪਨ ਕਰਦੇ ਹਾਂ ਚਾਹੇ ਨੋ ਲੋਡ 'ਤੇ ਓਪਨ ਕਰਦੇ ਹਾਂ। ਸੋ ਹਾਫ ਸਾਈਕਲ ਤੋਂ ਵੀ ਘੱਟ ਸਾਈਕਲ ਦੇ ਵਿੱਚ ਕੀ ਹੁੰਦਾ ਇਹ ਜਿਹੜਾ ਸਰਕਟ ਬ੍ਰੇਕਰ ਹੁੰਦਾ ਇਹ ਆਪਰੇਟ ਹੋ ਜਾਂਦਾ। ਨੈਕਸਟ, ਵੈਰੀ ਹਾਈ ਫਰੀਕੁਐਂਸੀ ਐਂਡ ਇੰਪਲਸ ਵਿਦ ਸਟੈਂਡ ਵੋਲਟੇਜ ਵਿਦ ਸਮਾਲ ਕੰਟੈਕਟ ਸਪੇਸਿੰਗ। ਯਾਨੀ ਕਿ ਕੰਟੈਕਟ ਸਪੇਸਿੰਗ ਜਦੋਂ ਦੋਨੋਂ ਕੰਟੈਕਟ ਇੱਕ ਦੂਜੇ ਤੋਂ ਅਲੱਗ ਹੁੰਦੇ ਆ ਤਾਂ ਵੀ ਇਹ ਜਿਹੜਾ ਹੁੰਦਾ ਵਿਦ ਸਟੈਂਡ ਕਰ ਸਕਦਾ ਇੰਪਲਸ ਵੋਲਟੇਜ ਨੂੰ ਜਾਂ ਵੈਰੀ ਹਾਈ ਫਰੀਕੁਐਂਸੀ ਵੋਲਟੇਜ ਨੂੰ। ਯਾਨੀ ਕਿ ਜੇ ਫਰੀਕੁਐਂਸੀ ਜ਼ਿਆਦਾ ਵੀ ਆ ਵੋਲਟੇਜ ਦੀ ਜਾਂ ਇੰਪਲਸ ਆਪਣੇ ਕੋਲ ਯਾਨੀ ਕਿ ਵੈਲਿਊ ਵੋਲਟੇਜ ਦੀ ਬਹੁਤ ਜ਼ਿਆਦਾ ਇੱਕਦਮ ਵੱਧ ਗਈ ਆ, ਆਪਣੇ ਕੋਲ ਟਰਾਂਜ਼ੀਐਂਟਸ ਆ ਗਿਆ, ਤਾਂ ਵੀ ਕੀ ਆ ਇਹ ਘੱਟ ਗੈਪ 'ਤੇ ਹੀ ਆਰਾਮ ਨਾਲ ਉਹਨਾਂ ਨੂੰ ਖ਼ਤਮ ਕਰ ਸਕਦਾ ਹੈ ਜਿਹੜੀ ਉਹਨਾਂ ਕਰਕੇ ਆਰਕ ਪ੍ਰੋਡਿਊਸ ਹੋਈ ਉਹਨੂੰ। ਬਾਕੀ ਜਿੱਦਾਂ ਆਇਲ ਸਰਕਟ ਬ੍ਰੇਕਰ ਦੇ ਵਿੱਚ ਕੀ ਹੁੰਦਾ ਸੀਗਾ ਕਿ ਆਪਣੇ ਕੋਲ ਆਇਲ ਜਿਹੜਾ ਕਾਰਬਨਾਈਜ਼ ਹੋ ਜਾਂਦਾ ਸੀ, ਜਾਂ ਏਅਰ ਸਰਕਟ ਬ੍ਰੇਕਰ ਦੇ ਵਿੱਚ ਕੀ ਹੁੰਦਾ ਸੀਗਾ ਆਪਣੇ ਕੋਲ ਏਅਰ ਲੀਕੇਜ ਦੀ ਪ੍ਰੋਬਲਮ ਆ ਜਾਂਦੀ ਸੀ, ਜਾਂ ਗੈਸ SF6 ਦੇ ਵਿੱਚ ਕੀ ਹੁੰਦਾ ਜਿਹੜੀ ਗੈਸ ਹੁੰਦੀ ਆ ਨਾ ਉਹ ਲੀਕ ਕਰ ਜਾਂਦੀ ਆ ਤਾਂ ਉਹ ਥੱਲੇ ਜ਼ਮੀਨ 'ਤੇ ਬੈਠ ਜਾਂਦੀ ਸੀ, ਜਿਹਦੇ ਕਰਕੇ ਕੀ ਸੀਗਾ ਕਿਸੇ ਪਰਸਨ ਨੂੰ ਜਿਹੜਾ ਸੀਗਾ ਘੁੱਟਣ ਫੀਲ ਹੋ ਸਕਦੀ ਹੈ, ਉਹਨੂੰ ਪ੍ਰੋਬਲਮ ਆ ਸਕਦੀ ਹੈ ਇਸ ਤਰ੍ਹਾਂ ਦੀ। ਇਹ ਵੀ ਉਹਦਾ ਇੱਕ ਡਿਸਐਡਵਾਂਟੇਜ ਸ਼ਾਇਦ ਮੈਂਸ਼ਨ ਨਹੀਂ ਕੀਤਾ ਉਹਦੇ ਵਿੱਚ।
ਬਟ ਇਹਦੇ ਵਿੱਚ ਕੀ ਹੁੰਦਾ ਹੈ, ਵੈਕਿਊਮ ਸਰਕਟ ਬ੍ਰੇਕਰ ਦੇ ਵਿੱਚ ਕੀ ਆ, ਕੋਈ ਵੀ ਗੈਸਿਸ ਦੀਆਂ ਐਮਿਸ਼ਨਸ ਨਹੀਂ ਹੁੰਦੀਆਂ ਤੇ ਕੋਈ ਵੀ ਪੋਲਿਊਸ਼ਨ ਨਹੀਂ ਹੁੰਦਾ। ਸੋ ਇਹ ਵੀ ਇਹਦਾ ਐਡਵਾਂਟੇਜ ਆ, ਨੋ ਐਮਿਸ਼ਨ ਆਫ ਗੈਸਿਸ ਔਰ ਪੋਲਿਊਸ਼ਨ ਫਰੀ। ਨੈਕਸਟ ਆ ਜਾਂਦਾ ਨੋਨ ਐਕਸਪਲੋਸਿਵ ਐਂਡ ਸਾਇਲੈਂਟ ਆਪਰੇਸ਼ਨ। ਨੋਨ ਐਕਸਪਲੋਸਿਵ ਮੀਨਸ ਕਿ ਕਿਸੇ ਵੀ ਤਰ੍ਹਾਂ ਦਾ ਐਕਸਪਲੋਜਨ ਦਾ ਖਤਰਾ ਨਹੀਂ ਹੁੰਦਾ, ਜਿੱਦਾਂ ਆਪਣੇ ਕੋਲ ਆਇਲ ਸਰਕਟ ਬ੍ਰੇਕਰ ਦੇ ਵਿੱਚ ਸੀਗਾ ਨਾ, ਕਿਉਂਕਿ ਉਹ ਫਲੇਮੇਬਲ ਹੁੰਦਾ ਜਿਹੜਾ ਆਇਲ ਹੁੰਦਾ। ਸੋ ਆਇਲ ਫਲੇਮੇਬਲ ਹੋਣ ਕਰਕੇ ਕੀ ਆ, ਉੱਥੇ ਅੱਗ ਲੱਗਣ ਦਾ ਖਤਰਾ ਵੱਧ ਹੁੰਦਾ। ਐਕਸਪਲੋਜ ਜੇ ਜ਼ਿਆਦਾ ਆਇਲ ਯੂਜ਼ ਕਰਦੇ ਹਾਂ ਤਾਂ ਇੱਕ ਐਕਸਪਲੋਸਿਵ ਦੀ ਤਰ੍ਹਾਂ ਹੀ ਆਪਣੇ ਕੋਲ ਕੰਮ ਕਰ ਸਕਦਾ ਹੈ ਜੇ ਜ਼ਿਆਦਾ ਫਾਲਟ ਆ ਜਾਵੇ ਜਿਹਨੂੰ ਉਹ ਕੈਰੀ ਨਾ ਕਰ ਸਕੇ। ਬਟ ਵੈਕਿਊਮ ਸਰਕਟ ਬ੍ਰੇਕਰ 'ਚ ਇੱਦਾਂ ਦਾ ਕੁਛ ਨਹੀਂ ਹੁੰਦਾ, ਜਿਹਦੇ ਕਰਕੇ ਇਹਦਾ ਜਿਹੜਾ ਆਪਰੇਸ਼ਨ ਵੀ ਹੁੰਦਾ ਹੈ ਬੜਾ ਸਾਇਲੈਂਟ ਆਪਰੇਸ਼ਨ ਹੁੰਦਾ ਹੈ। Next, it can be installed anywhere because breaker unit is compact and self-contained or small in size. ਸੋ ਇਹਨੂੰ ਆਪਾਂ ਕਿਤੇ ਵੀ ਇੰਸਟਾਲ ਕਰ ਸਕਦੇ ਹਾਂ। ਕਿਉਂ ਕਿਤੇ ਵੀ ਇੰਸਟਾਲ ਕਰ ਸਕਦੇ ਹਾਂ? ਕਿਉਂਕਿ ਜਿਹੜਾ ਬ੍ਰੇਕਰ ਯੂਨਿਟ ਹੁੰਦਾ ਹੈ ਇਹ ਬਹੁਤ ਹੀ ਛੋਟਾ ਹੁੰਦਾ ਆ ਅਤੇ ਸੈਲਫ ਕੰਟੇਨਡ ਹੁੰਦਾ। ਸੈਲਫ ਕੰਟੇਨਡ ਆ ਫਸਟ ਪੁਆਇੰਟ 'ਚ ਵੀ ਦੇਖੋ ਆਪਾਂ ਪੜ੍ਹਿਆ ਸੀਗਾ, ਸੈਲਫ ਕੰਟੇਨਡ ਹੁੰਦਾ। ਉਹ ਸੈਲਫ ਕੰਟੇਨਡ ਹੋਣ ਕਰਕੇ ਅਤੇ ਇਹਦੇ ਕੰਟੈਕਟ ਵੀ ਇੱਕ ਦੂਜੇ ਤੋਂ ਬਹੁਤ ਘੱਟ ਓਪਨ ਹੁੰਦੇ ਆ, 5 ਤੋਂ 10 mm ਸਿਰਫ ਓਪਨ ਹੁੰਦੇ ਆ। ਅਤੇ ਯੂਨਿਟ ਵੀ ਜਿਹੜਾ ਹੁੰਦਾ ਬੜਾ ਕੰਪੈਕਟ ਹੁੰਦਾ, ਇਸੇ ਕਰਕੇ ਇਹਦਾ ਜਿਹੜਾ ਸਾਈਜ਼ ਹੁੰਦਾ ਨਾ ਬਹੁਤ ਘੱਟ ਹੁੰਦਾ। ਸਾਈਜ਼ ਘੱਟ ਹੋਣ ਕਰਕੇ ਕੀ ਇਹਨੂੰ ਆਪਾਂ ਕਿਤੇ ਵੀ ਇੰਸਟਾਲ ਕਰ ਸਕਦੇ ਹਾਂ। ਸਾਈਜ਼ ਆ ਦੇਖੋ, ਦੁਬਾਰਾ ਤੁਹਾਨੂੰ ਦਿਖਾ ਦੇਣਾ, ਆ ਦੇਖੋ, ਆ ਸਾਈਜ਼ ਇਹਦਾ ਬਹੁਤ ਛੋਟਾ ਸਰਕਟ ਬ੍ਰੇਕਰ ਹੁੰਦਾ ਇਹ। ਨੈਕਸਟ, ਲਾਰਜ ਨੰਬਰ ਆਫ ਆਪਰੇਸ਼ਨ ਔਨ ਲੋਡ ਸੋ ਹੈਵਿੰਗ ਲੌਂਗ ਲਾਈਫ। ਸੋ ਲੌਂਗ ਲਾਈਫ ਹੁੰਦੀ ਆ, ਲਾਈਫ ਇਹਦੀ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਲਾਰਜ ਨੰਬਰ ਆਫ ਆਪਰੇਸ਼ਨਸ ਇਹ 'ਤੇ ਆਪਾਂ ਕੀ ਆ ਪਰਫੋਰਮ ਕਰਾ ਸਕਦੇ ਹਾਂ ਵੀ ਲੋਡ 'ਤੇ, ਯਾਨੀ ਕਿ ਲੋਡ ਦੇ ਉੱਪਰ ਇਹਨੂੰ ਜਿੰਨੀ ਮਰਜ਼ੀ ਵਾਰ ਆਪਾਂ ਬੰਦ ਕਰ ਸਕਦੇ ਜਾਂ ਓਪਨ ਕਰ ਸਕਦੇ ਜਾਂ ਫਾਲਟੀ ਕੰਡੀਸ਼ਨ ਦੇ ਵਿੱਚ ਵੀ ਕਈ ਵਾਰ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਨੈਕਸਟ ਲਾਸਟ ਪੁਆਇੰਟ ਆ ਕੌਂਸਟੈਂਟ ਕੰਟੈਕਟ ਰੈਜ਼ਿਸਟੈਂਸ ਡਿਊ ਟੂ ਨੋ ਆਕਸਾਈਡੇਸ਼ਨ। ਸੋ ਆਕਸਾਈਡੇਸ਼ਨ ਕੋਈ ਕਿਸੇ ਤਰ੍ਹਾਂ ਦੀ ਨਹੀਂ ਹੁੰਦੀ, ਕਿਉਂਕਿ ਦੇਖੋ ਨਾ ਤਾਂ ਆਪਾਂ ਇੱਥੇ ਆਇਲ ਯੂਜ਼ ਕੀਤਾ, ਨਾ ਗੈਸ ਆ, ਨਾ ਏਅਰ ਆ। ਸੋ ਆਕਸਾਈਡੇਸ਼ਨ ਦਾ ਇੱਥੇ ਮਤਲਬ ਹੀ ਕੋਈ ਨਹੀਂ ਰਹਿ ਗਿਆ। ਸੋ ਆਕਸਾਈਡੇਸ਼ਨ ਨਹੀਂ ਹੋਈ, ਇਸ ਕਰਕੇ ਜਿਹੜੀ ਕੰਟੈਕਟ ਰੈਜ਼ਿਸਟੈਂਸ ਹੈ ਇਹਦੀ ਉਹ ਕੌਂਸਟੈਂਟ ਹੀ ਰਹਿਣੀ ਆ। ਉਹਦੀ ਵੈਲਿਊ ਜਿਹੜੀ ਆ ਉਹ ਚੇਂਜ ਨਹੀਂ ਹੋਣੀ, ਜਾਂ ਉਹਦੀ ਵੈਲਿਊ ਜਿਹੜੀ ਆ ਇਨਕਰੀਜ਼ ਨਹੀਂ ਹੋਣੀ, ਜਿਹਦੇ ਕਰਕੇ ਕੀ ਆ ਸਰਕਟ ਬ੍ਰੇਕਰ ਦੀ ਲਾਈਫ ਜਿਹੜੀ ਹੋਊਗੀ ਉਹ ਹੋਰ ਜ਼ਿਆਦਾ ਇਨਕਰੀਜ਼ ਹੋ ਜਾਂਦੀ। ਸੋ ਇਹ ਮੇਰੇ ਕੋਲ ਸੀ ਵੈਕਿਊਮ ਸਰਕਟ ਬ੍ਰੇਕਰ, ਜਿਹਦੇ ਬਾਰੇ ਆਪਾਂ ਸਾਰਾ ਸਟੱਡੀ ਕੀਤਾ ਹੈ। ਸੋ ਕੰਸਟਰਕਸ਼ਨ ਅਤੇ ਵਰਕਿੰਗ ਜਿਹੜੀ ਆ ਤੁਸੀਂ ਅਲੱਗ-ਅਲੱਗ ਲਿਖਿਓ, ਮੈਂ ਡਿਟੇਲ ਦੇ ਵਿੱਚ ਇਸ ਕਰਕੇ ਲਿਖੋ ਕਿ ਈਜ਼ੀ ਆ। ਵਰਕਿੰਗ ਜਿਹੜੀ ਹੁੰਦੀ ਆ ਸਾਰੀ ਸੇਮ ਹੁੰਦੀ ਆ, ਸਿਰਫ ਇਹਦੇ ਵਿੱਚ ਇੱਕ ਡਿਫਰੈਂਸ ਇਹ ਆ ਜਾਂਦਾ ਹੈ ਵੀ ਇੱਕ ਆਪਣੇ ਕੋਲ ਇੱਥੇ ਬੈਲੋ ਜਿਹੜਾ ਉਹ ਨਵਾਂ ਅਟੈਚ ਹੋ ਜਾਂਦਾ ਅਤੇ ਕੁਛ ਇਹਦਾ ਜਿਹੜਾ ਮੀਡੀਅਮ ਦਾ ਡਿਫਰੈਂਸ ਪੈਂਦਾ। ਸੋ ਜਦੋਂ ਵੀ ਤੁਸੀਂ ਲਿਖਣਾ ਸਭ ਤੋਂ ਪਹਿਲਾਂ ਇਹਦੇ ਮੀਡੀਅਮ ਬਾਰੇ ਲਿਖ ਕੇ ਅਤੇ ਉਸ ਤੋਂ ਬਾਅਦ ਤੁਸੀਂ ਬੈਲੋ ਦੇ ਬਾਰੇ ਲਿਖ ਕੇ ਅਤੇ ਆਰਾਮ ਦੇ ਨਾਲ ਇਹਨੂੰ ਐਕਸਪਲੇਨ ਕਰ ਸਕਦੇ ਹਾਂ। ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ, ਬਹੁਤ ਹੀ ਸਿੰਪਲ ਇਹਦੀ ਜਿਹੜੀ ਆ ਵਰਕਿੰਗ ਆ। ਆਲਮੋਸਟ ਸਾਰੇ ਸਰਕਟ ਬ੍ਰੇਕਰ ਜਿਹੜੇ ਆਪਾਂ ਕੀਤੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਮਿਨੀਮਮ ਆਇਲ ਸਰਕਟ ਬ੍ਰੇਕਰ ਸੀਗਾ ਜਿਹੜਾ ਥੋੜ੍ਹਾ ਜਿਹਾ ਕੰਪਲੀਕੇਟਡ ਸੀਗਾ। ਅਦਰਵਾਈਜ਼ ਬਾਕੀ ਸਰਕਟ ਬ੍ਰੇਕਰ ਜਿਹੜੇ ਆ, ਚਾਹੇ ਉਹ ਬਲਕ ਆਇਲ ਸੀਗਾ, ਚਾਹੇ ਉਹ ਆਪਣਾ SF6 ਸੀਗਾ, ਚਾਹੇ 에ਅਰ ਬਲਾਸਟ ਸੀਗਾ, ਜਾਂ ਫਿਰ ਵੈਕਿਊਮ ਆ, ਇਹਨਾਂ ਦੀ ਜਿਹੜੀ ਕੰਸਟਰਕਸ਼ਨ ਆ ਨਾ ਇਹ ਬਹੁਤ ਹੀ ਸਿੰਪਲ ਕੰਸਟਰਕਸ਼ਨ ਆ ਅਤੇ ਵਰਕਿੰਗ ਵੀ ਇਹਨਾਂ ਦੀ ਉਨੀ ਹੀ ਸਿੰਪਲ ਹੁੰਦੀ। ਸੋ ਇਸ ਕਰਕੇ ਆਪਾਂ ਨੂੰ ਸਮਝਣ 'ਚ ਕੋਈ ਵੀ ਇਹਦੀ ਪ੍ਰੋਬਲਮ ਨਹੀਂ ਆਉਂਦੀ, ਬਹੁਤ ਈਜ਼ੀ ਇਹਨਾਂ ਦੀ ਜਿਹੜੀ ਆ ਵਰਕਿੰਗ ਸਮਝਣੀ ਹੁੰਦੀ ਆ। ਬਾਕੀ ਸਭ ਤੋਂ ਵੱਧ ਇਹੀ ਸਰਕਟ ਬ੍ਰੇਕਰ ਜਿਹੜੇ ਹੁੰਦੇ ਆਪਾਂ ਯੂਜ਼ ਕਰਦੇ ਹਾਂ, ਜੀ ਯਾਦ ਰੱਖਿਓ ਅੱਜ ਕੱਲ੍ਹ ਦੇ ਟਾਈਮ 'ਤੇ ਵੀ। ਬਾਕੀ ਦੇ ਨੋਟਸ ਵਗੈਰਾ ਤੁਸੀਂ ਰੈਡੀ ਕਰ ਲਿਓ, ਕੋਈ ਕੁਐਸਚਨ ਜਾਂ ਕੋਈ ਡਾਊਟ ਹੋਇਆ ਤਾਂ ਪੁੱਛ ਲਿਓ, ਕਿਸੇ ਵੀ ਟਾਈਮ 'ਤੇ ਮੈਸੇਜ ਕਰ ਦਿਓ ਮੈਨੂੰ। ਅਤੇ ਬਾਕੀ ਨੈਕਸਟ ਟਾਈਮ ਆਪਾਂ ਹੁਣ ਇਹ ਟੌਪਿਕ ਆਪਣਾ ਇੱਥੇ ਖਤਮ ਹੋ ਗਿਆ, ਕਲਾਸੀਫਿਕੇਸ਼ਨ ਆਫ ਸਰਕਟ ਬ੍ਰੇਕਰ ਕਰ ਰਹੇ ਸੀ, ਇਹ ਟੌਪਿਕ ਇੱਥੇ ਖਤਮ ਹੋ ਗਿਆ। ਲਾਸਟ ਜਿਹੜਾ ਸੀਗਾ ਇਹ ਟੌਪਿਕ ਸੀਗਾ ਉਹਦਾ, ਅਤੇ ਸੌਰੀ ਲਾਸਟ ਟਾਈਪ ਸੀਗੀ ਇਹ ਕਹਿ ਲਓ ਉਹਦੀ, ਜਾਂ ਲਾਸਟ ਕਲਾਸੀਫਿਕੇਸ਼ਨ ਸੀਗੀ ਉਹਦੀ। ਇਸ ਤੋਂ ਬਾਅਦ ਆਪਾਂ ਜਿਹੜਾ ਆ ਨੈਕਸਟ ਜਿਹੜੇ ਲੈਕਚਰ ਦੇ ਵਿੱਚ ਆਪਾਂ ਕਰਨਾ ਉਹ ਹੈਗਾ ਬੱਸ ਬਾਰ ਅਰੇਂਜਮੈਂਟਸ। ਸੋ ਬੱਸ ਬਾਰ ਅਰੇਂਜਮੈਂਟਸ ਦੇ ਬਾਰੇ ਆਪਾਂ ਸਟੱਡੀ ਕਰਾਂਗੇ। ਬੱਸ ਬਾਰ ਦੱਸਾਂਗੇ ਕੀ ਚੀਜ਼ ਹੁੰਦੀ ਹੈ, ਇਹਦਾ ਕੀ ਯੂਜ਼ ਹੁੰਦਾ ਆ, ਅਤੇ ਅਰੇਂਜਮੈਂਟਸ ਜਿਹੜੇ ਹੁੰਦੇ ਆ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ। ਸਬ ਸਟੇਸ਼ਨ ਦੇ ਉੱਪਰ ਬੇਸਿਕਲੀ ਆਪਾਂ ਕਰਦੇ ਹਾਂ ਇਹ ਅਰੇਂਜਮੈਂਟ, ਅਤੇ ਇਹਦੇ ਬਾਰੇ ਸਟੱਡੀ ਕਰਾਂਗੇ। ਅੱਜ ਦਾ ਟੌਪਿਕ ਆਪਣਾ ਜਿਹੜਾ ਇੱਥੇ ਕੰਪਲੀਟ ਹੋ ਚੁੱਕਾ। ਓਕੇ, ਥੈਂਕ ਯੂ।